श्री वाहिगुरु साहिब जी। राग गौड़ी रविदास जी की। पदे गौड़ी ग्वारी री। राग गौड़ी रविदास जी के पदे गौड़ी ग्वारे री। एक ओंकार सतनाम करता पुरख गुर प्रसाद। मेरी संगत पोच सोच दिन राती। मेरा कर्म कुटिलता जन्म कुंभाती। राम गुसैया जी के जीवना। मोहे ना बिसार हो मैं जन तेरा रहो। मेरी हरो हो विपत जन करो हो सुभाई। चरण न छाडो चरण न छाडो शरीर कल जाए। कहो रविदास परो तेरी संभा। बेग मिलो बेग मिलो जन करना बिलंबा। हाँ तिनकै बलहारने जिन्हें सच रखिया और धार। नानक नामे सब हरियावली। गुर कै शब्द विचार। ज़ारा ज़हूर हाजरा हजूर सर्व कला भरपूर समरथ गुरु। लोक परलोक दे रखियक भगत वशल ज्ञान दे सागर। गुरुआं भगतां भट्टां सिखां दी इलाही बाणी। बाणी जोत रूप दे विच श्री गुरु ग्रंथ साहब जी दे रूप दे विच सच्चे पातशाह जी दे दर्शन दीदार कर रही गुरु प्यारी साध संगत जी। धनता दे योग वड भागे हो। गुरु साहब ने मेहर दया की है। साडे औगणा नूं ना देखते हुए मुड़ सानू अपने चरण परसन दा समा बख्शिया। अपने दीदार दा समा बख्शिया। सानू महाराज जी ने दया करके बुलाया है, ना नहीं की। और सानू निवाजन दे लई बख्शण दे लई सुंदर बनाउण दे लई गुरु महाराज जी ने अपनी गोद सानू बख्शी है। सो महाराज जी मेहर करो, दया करो। आप जी दी गोद दा निग आनंद जिहड़ा है असीं लै सकीए, सानू आए। इहदे लई महाराज जी एकाग्रता बनाओ और ध्यान साडा गुरु शब्द दे विच लगे। बड़ी भावना दे नाल लगे। ऐसी मेहर करो जी। विसर नाही दा तारे अपना नाम देहो। गुण गावां दिन रात नानक चाओ एहो।
ਸੋ ਸਾਧ ਸੰਗਤ ਜੀ, ਬਹੁਤ ਪਿਆਰੀਆਂ ਵਿਚਾਰਾਂ ਗੁਰੂ ਸਾਹਿਬ ਰੋਜ਼ ਸਾਨੂੰ ਬਖਸ਼ਿਸ਼ ਕਰਦੇ ਨੇ। ਔਰ ਇਹ ਵਿਚਾਰਾਂ ਜਿਹੜੀਆਂ ਹਨ ਬਹੁਤ ਕੀਮਤੀ ਹੁੰਦੀਆਂ ਹਨ। ਇਹਨਾਂ ਵਿਚਾਰਾਂ ਨੂੰ ਸੰਭਾਲਣ ਦੀ ਤੇ ਵਿਚਾਰਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਹੁੰਦੀ ਹੈ। ਵਿਚਾਰ ਸੁਣ ਕੇ ਵਿਚਾਰ ਨੂੰ ਨਾਲ ਲੈ ਕੇ ਜਾਣਾ ਹੈ। ਵਿਚਾਰ ਨੂੰ ਸੁਣ ਕੇ ਵਿਚਾਰ ਨੂੰ ਉੱਥੇ ਹੀ ਨਹੀਂ ਛੱਡਣਾ। ਇੱਥੇ ਜੋ ਕੁਛ ਪੜ੍ਹਿਆ ਜਾਂਦਾ ਜਾਂ ਸੁਣਿਆ ਜਾਂਦਾ, ਜਿੰਨਾ ਜ਼ਿਆਦਾ ਹੋ ਸਕੇ ਆਪਣੇ ਮਨ ਵਿੱਚ ਉਸ ਨੂੰ ਵਸਾਉਣਾ। ਬਾਣੀ ਵਸਾਉਣ ਦਾ ਵਿਸ਼ਾ ਹੈ, ਬਾਣੀ ਮੰਨਣ ਦਾ ਵਿਸ਼ਾ ਹੈ। ਗੁਰਮਤ ਕਰਨੀ ਦਾ ਮਾਰਗ ਹੈ, ਕਥਨੀ ਦਾ ਨਹੀਂ। ਇਸ ਲਈ ਜੋ ਕੁਝ ਅਸੀਂ ਗੁਰੂ ਸਾਹਿਬ ਤੋਂ ਪ੍ਰਾਪਤ ਕਰਦੇ ਹਾਂ, ਸੁਣਦੇ ਹਾਂ, ਉਸ ਨੂੰ ਸਾਂਭਣਾ, ਉਸ ਨੂੰ ਪਿਆਰ ਕਰਨਾ, ਉਸ ਨੂੰ ਬਹੁਤ ਜ਼ਿਆਦਾ ਲਗਨ ਦੇ ਨਾਲ ਜਿਹੜਾ ਹੈ ਉਹ ਆਪਣੇ ਕੋਲ ਸੰਭਾਲ ਕੇ ਰੱਖਣਾ ਹੈ। ਔਰ ਸੰਭਾਲਣ ਦਾ ਮਤਲਬ ਇਹ ਨਹੀਂ ਵੀ ਉਸ ਚੀਜ਼ ਨੂੰ ਬੰਦ ਕਰਕੇ ਰੱਖ ਦੇਣਾ। ਸੰਭਾਲਣ ਦਾ ਮਤਲਬ ਉਸ ਚੀਜ਼ ਦੀ ਕਦਰ ਕਰਨੀ ਹੈ, ਕਿਸੇ ਚੀਜ਼ ਦੀ ਰੱਖਿਆ ਕਰਨੀ ਹੈ। ਸੰਭਾਲਣਾ, ਸੰਭਾਲਣ ਦਾ ਮਤਲਬ ਇਹ ਨਹੀਂ ਵੀ ਇਸਤੇਮਾਲ ਨਹੀਂ ਕਰਨਾ, ਇਸਤੇਮਾਲ ਕਰਨਾ। ਜਿਵੇਂ ਅਸੀਂ ਆਖੀਦਾ ਵੀ ਚੀਜ਼ ਸਾਂਭ ਕੇ ਵਰਤੀ। ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਵੀ ਸਾਂਭ ਕੇ ਰੱਖੀ ਦੀ ਹੈ, ਫਿਰ ਸਾਂਭ ਕੇ ਵਰਤੀ ਦੀ ਹੈ। ਜਿਵੇਂ ਭਗਤ ਕਬੀਰ ਜੀ ਆਪਣੀ ਪਤਨੀ ਲੋਈ ਨੂੰ ਕਹਿੰਦੇ ਸੀ, ਤੂੰ ਐਵੇਂ ਨਾ ਰਾਮ ਰਾਮ ਜਪਾ ਦਿਆ ਕਰ, ਬਹੁਤ ਮਹਿੰਗਾ ਹੈ, ਇਹਨੂੰ ਸਾਂਭ ਕੇ ਰੱਖੀਦਾ। ਜੇ ਕੋਈ ਗਾਹਕ ਦਿਸੇ ਤੇ ਉਹਨੂੰ ਦੇ ਦੇਈਦਾ, ਉਹਨੂੰ ਜਪਾ ਦੇਈਦਾ, ਉਹਨੂੰ ਇਹਦੇ ਬਾਰੇ ਦੱਸ ਦੇਈਦਾ। ਕਬੀਰ ਰਾਮ ਰਤਨ ਮੁਖ ਕੋਥਰੀ ਪਾਰਖ ਆਗੇ ਖੋਲ। ਕੋਈ ਆਏ ਮਿਲੇਗੋ ਗਾਹਕੀ ਲੇਗੋ ਮਹਿੰਗੇ ਮੋਲ। ਜੇ ਕੋਈ ਸੌਦਾ ਤੇਰੇ ਕੋਲੋਂ ਖਰੀਦਣਾ ਨਹੀਂ ਚਾਹੁੰਦਾ ਤੇ ਉਹਨੂੰ ਦਿਖਾ ਵੀ ਨਾ। ਮਹਿੰਗੇ ਸੌਦੇ ਦੀ ਬੇਕਦਰੀ ਹੁੰਦੀ ਹੈ ਜਦੋਂ ਸੌਦਾ ਖਰੀਦਣ ਵਾਲਾ ਜਾਂ ਕਦਰਦਾਨ ਨਾ ਹੋਵੇ। ਮਹਿੰਗੇ ਸੌਦੇ ਦੀ ਬੇਕਦਰੀ ਹੋ ਜਾਂਦੀ ਹੈ ਜਦੋਂ ਕਿਸੇ ਨੂੰ ਖਰੀਦਣ ਦਾ ਮਨ ਨਾ ਹੋਵੇ। ਜਦੋਂ ਕਿਸੇ ਨੂੰ ਕਿਸੇ ਚੀਜ਼ ਨੂੰ ਖਰੀਦਣ ਦਾ ਮਨ ਹੋਵੇ ਤੇ ਝੱਟ ਪਸੰਦ ਆ ਜਾਂਦੀ ਹੈ। ਜਦੋਂ ਕਿਸੇ ਨੂੰ ਖਰੀਦਣ ਦਾ ਮਨ ਨਾ ਹੋਵੇ, ਉਹ ਕਹਿੰਦਾ ਆ ਵੀ ਦਿਖਾ, ਆ ਵੀ ਦਿਖਾ, ਆ ਵੀ ਦਿਖਾ, ਚੰਗਾ ਚੱਲਦੇ ਆ, ਪਸੰਦ ਨਹੀਂ ਆਇਆ। ਮਤਲਬ ਮਨ ਚਾਹੁੰਦਾ ਨਹੀਂ ਸੀ, ਮਨ ਚਾਹੁੰਦਾ ਨਹੀਂ ਸੀ। ਜੇ ਸਾਡੇ ਪੇਟ ਨੂੰ ਭੁੱਖ ਲੱਗੀ ਹੈ ਨਾ, ਤੇ ਬੰਦਾ ਫਿਰ ਜਿਹਨੂੰ ਸੱਚਮੁੱਚ ਭੁੱਖ ਲੱਗੀ ਆ ਉਹ ਉਡੀਕ ਨਹੀਂ ਕਰਦਾ ਵੀ ਹੁਣ ਸਬਜ਼ੀ ਧਰੋ ਜੀ, ਆਹ ਕਰੋ ਜੀ, ਉਹ ਕਰੋ। ਉਹ ਕਹਿੰਦਾ ਜੇ ਰਾਤ ਦੀ ਕੋਈ ਬਹੀ ਪਈ ਹੈ ਨਾ, ਉਹੀ ਲਿਆ, ਉਹੀ ਲਿਆ। ਭੁੱਖ ਲੱਗੀ ਹੋਣੀ ਚਾਹੀਦੀ ਹੈ। ਉਹ ਕਹਿੰਦਾ ਸਬਜ਼ੀ ਰਹਿਣ ਦੇ, ਕੋਈ 4 ਗੰਢਾ ਹੀ ਲੈ ਆ, ਉਹੀ ਅੰਮ੍ਰਿਤ ਵਰਗਾ ਰਸ ਆਉਂਦਾ ਹੈ ਉਹਦੇ ਚੋਂ, ਕਿਉਂਕਿ ਭੁੱਖ ਹੈ। ਸਾਚੇ ਨਾਮ ਕੀ ਲਾਗੇ ਭੂਖ, ਉਦੋਂ ਭੁੱਖੇ ਖਾਏ ਚਲੀਏ ਹੈ ਦੁੱਖ। ਇਸੇ ਤਰ੍ਹਾਂ ਹੀ ਸਾਧ ਸੰਗਤ, ਜਦੋਂ ਸਾਡਾ ਮਨ ਕਰਦਾ, ਜਦੋਂ ਸਾਡਾ ਚਿੱਤ ਕਰਦਾ ਮੈਨੂੰ ਬਾਣੀ ਕੀਰਤਨ ਕਥਾ ਸੁਣਾਉਣ ਦਾ, ਵੀ ਉਦੋਂ ਹੀ ਆਨੰਦ ਆਉਂਦਾ ਹੈ। ਜੇ ਮੇਰਾ ਮਨ ਨਾ ਕਰੇ ਤੇ ਸੁਣਾਉਣ ਦਾ ਆਨੰਦ ਵੀ ਨਹੀਂ ਆਉਣਾ ਤੇ ਸੁਣਨ ਦਾ ਆਨੰਦ ਵੀ ਨਹੀਂ ਆਉਣਾ, ਕਿਉਂਕਿ ਉਹ ਗੱਲ ਬਣਨੀ ਨਹੀਂ, ਰਫਤਾਰ ਨਹੀਂ ਬਣਦੀ। ਜੇ ਮਨ ਨਾ ਜੁੜਿਆ ਹੋਵੇ ਨਾ, ਲੜੀ ਨਹੀਂ ਜੁੜਦੀ, ਜਿਹਨੂੰ ਕਹਿੰਦੇ ਨੇ ਰਫਤਾਰ ਨਹੀਂ ਬਣਦੀ, ਖਿਲ ਰਿਹਾ ਹੀ ਰਹਿੰਦਾ ਮਨ। ਤੇ ਜੇ ਜੁੜਿਆ ਹੋਵੇ ਤੇ ਫਿਰ ਲੜੀ ਬਣ ਜਾਂਦੀ ਹੈ, ਤੇ ਸੁਣਨ ਵਾਲੇ ਨੂੰ ਵੀ ਅੱਗੇ ਤੋਂ ਅੱਗੇ ਹੋਰ ਸੁਣਨਾ ਚਾਹੁੰਦਾ ਹੈ, ਹੋਰ ਸੁਣਨਾ ਚਾਹੁੰਦਾ ਹੈ, ਹੋਰ ਵਧੀਆ, ਹੋਰ ਚੰਗਾ, ਹੋਰ ਵਧੀਆ। ਇਸ ਤਰ੍ਹਾਂ ਜਿਹੜਾ ਹੈ ਫਿਰ ਉਡੀਕ ਰਹਿੰਦੀ ਹੈ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਦਇਆ ਕਰਨ। ਬਾਣੀ ਪੜ੍ਹੀ ਸੁਣੀ ਜਿਹੜੀ ਅਸੀਂ ਅਰਦਾਸ ਕਰੀਦੀ ਹੈ ਪ੍ਰਵਾਨ ਹੋਵੇ।
ਪ੍ਰਵਾਨ ਹੋਵੇਗੀ ਜਦੋਂ ਅਸੀਂ ਇਸ ਬਾਣੀ ਤੋਂ ਮੰਨਾਂਗੇ। ਸੋ ਆਓ ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਸ਼ਬਦ ਅੱਜ ਦਾ ਜੋ ਸ਼ਬਦ ਹੈ ਉਸ ਦੀ ਅਸੀਂ ਵਿਚਾਰ ਕਰਨੀ ਹੈ। ਬਹੁਤ ਪਿਆਰਾ ਸ਼ਬਦ ਹੈ ਭਗਤ ਰਵਿਦਾਸ ਮਹਾਰਾਜ ਜੀ ਦਾ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੇਰੀ। ਰਾਗ ਗੌੜੀ ਵਿੱਚ ਭਗਤ ਰਵਿਦਾਸ ਜੀ ਦੀ ਇਹ ਬੰਦਾਂ ਵਾਲੀ ਬਾਣੀ ਹੈ। ਗੌੜੀ ਗੁਆਰੇਰੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਪਰਮਾਤਮਾ ਅਕਾਲ ਪੁਰਖ ਇੱਕ ਹੈ, ਉਹਦਾ ਨਾਮ ਸਦੀਵੀ ਹੈ, ਹੋਂਦ ਵਾਲਾ ਹੈ, ਤੇ ਗੁਰ ਪ੍ਰਸਾਦ ਸ੍ਰਿਸ਼ਟੀ ਦਾ ਰਚਨਹਾਰ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਲੱਭਦਾ ਜਾਂ ਜਾਣਿਆ ਜਾਂਦਾ। ਪਹਿਲੀ ਪੰਕਤੀ ਹੈ ਭਗਤ ਰਵਿਦਾਸ ਜੀ ਦੀ ਬੜੀ ਪਿਆਰੀ, ਕਹਿੰਦੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਪੋਚ ਤੇ ਰੁਕ ਜਾਣਾ, ਅੱਗੇ ਪੜਨਾ ਸੋਚ ਦਿਨ ਰਾਤੀ। ਮੈਨੂੰ ਹਮੇਸ਼ਾ ਹੀ ਦਿਨ ਰਾਤ ਇਹ ਸੋਚ ਲੱਗੀ ਰਹਿੰਦੀ ਹੈ, ਮੇਰੀ ਸੰਗਤ ਪੋਚ। ਪੋਚ ਦਾ ਮਤਲਬ ਹੁੰਦਾ ਮਾੜਾ, ਨੀਵਾਂ, ਨੀਚ। ਮੇਰੀ ਜਿਹੜੀ ਸੰਗਤ ਹੈ ਉਹ ਨੀਵੇਂ ਪੱਧਰ ਦੀ ਹੈ, ਮਾੜਿਆਂ ਦੀ ਹੈ, ਤੇ ਮੈਨੂੰ ਇਹ ਚੀਜ਼ ਜਿਹੜੀ ਹੈ ਸੋਚ ਵਿੱਚ ਆਉਂਦੀ ਰਹਿੰਦੀ ਹੈ ਵੀ ਮੇਰਾ ਕੀ ਬਣੇਗਾ। ਦੇਖੋ ਇੱਥੇ ਬੜੀ ਧਿਆਨ ਵਾਲੀ ਗੱਲ ਦੇਖਣ ਵਾਲੀ ਹੈ। ਨੀਚ ਜਾਂ ਮਾੜਾ ਕੋਈ ਇਨਸਾਨ ਨਹੀਂ ਹੁੰਦਾ। ਨੀਚ ਮਾੜਾ ਕੋਈ ਵੀ ਇਨਸਾਨ ਨਹੀਂ ਹੁੰਦਾ। ਨੀਚ ਮਾੜੀ ਸੋਚ ਹੁੰਦੀ ਹੈ ਬਸ। ਕੋਈ ਵੀ ਦੁਨੀਆ ਦਾ ਇਨਸਾਨ ਮਾੜਾ ਨਹੀਂ ਹੈ, ਉਸ ਦੀ ਸੋਚ ਮਾੜੀ ਹੋ ਸਕਦੀ ਹੈ। ਤੇ ਜਦੋਂ ਕਿਸੇ ਦੀ ਸੋਚ ਨੂੰ ਸਾਫ਼ ਕਰ ਦਿੱਤਾ ਜਾਏ, ਪਵਿੱਤਰ ਕਰ ਦਿੱਤਾ ਜਾਏ, ਉਹ ਇਨਸਾਨ ਚੰਗਾ ਹੋ ਜਾਂਦਾ। ਸੋਚ ਤੇ ਭਾਵੇਂ ਕੋਈ ਵੱਡਾ ਬੰਦਾ ਕਿਉਂ ਨਾ ਹੋਵੇ, ਉਹਦੀ ਵੀ ਮਾੜੀ ਹੋ ਸਕਦੀ ਹੈ। ਇਸ ਕਰਕੇ ਉਸ ਨੂੰ ਵੀ ਬਾਣੀ ਵਿੱਚ ਭੈੜਾ ਲਿਖਿਆ, ਜਿਹਦੀ ਸੋਚ ਮਾੜੀ। ਜਿਸ ਦੀ ਸੋਚ ਚੰਗੀ ਹੈ, ਉਹ ਭਾਵੇਂ ਕੋਈ ਭਿਖਾਰੀ ਕਿਉਂ ਨਾ ਹੋਵੇ, ਉਹ ਭਾਵੇਂ ਕੋਈ ਮਾੜੇ ਤੋਂ ਮਾੜਾ ਸਮਾਜ ਵਿੱਚ ਜਿਸ ਨੂੰ ਅਸੀਂ ਸਮਝਦੇ ਹਾਂ ਉਹ ਇਨਸਾਨ ਕਿਉਂ ਨਾ ਹੋਵੇ, ਉਹਨੂੰ ਗੁਰੂ ਸਾਹਿਬ ਆਪਣੇ ਗਲ ਨਾਲ ਲਾਉਂਦੇ ਨੇ, ਕੰਠ ਲਾਏ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ। ਗੁਰੂ ਉਹਦੇ ਮੈਲੇ ਕੱਪੜੇ ਨਹੀਂ ਦੇਖਦਾ, ਗੁਰੂ ਉਹਦੀ ਜਾਤ ਨਹੀਂ ਦੇਖਦਾ, ਗੁਰੂ ਉਹਦਾ ਧਰਮ ਨਹੀਂ ਦੇਖਦਾ, ਇਹ ਮੁਸਲਮਾਨ ਹੈ, ਇਹ ਕਿਸੇ ਹੋਰ ਕੌਮ ਦਾ, ਬਿਲਕੁਲ ਨਹੀਂ ਵੇਖਦਾ। ਗੁਰੂ ਅੰਦਰਲੀ ਖਿੱਚ ਦੇਖਦਾ, ਪ੍ਰੇਮ ਦੇਖਦਾ, ਵੀ ਇਹਨੂੰ ਭਰੋਸਾ ਹੈਗਾ। ਜੇ ਸਿੱਖ ਨੂੰ ਗੁਰੂ ਤੇ ਭਰੋਸਾ ਨਹੀਂ ਤੇ ਕਿਸੇ ਸਿੱਖ ਦੀ ਆਸ ਨਹੀਂ ਪੂਰੀ ਹੋਣੀ। ਤੇ ਜੇ ਬਾਹਮਣ ਨੂੰ ਗੁਰੂ ਤੇ ਭਰੋਸਾ ਤੇ ਬਾਹਮਣ ਦੀ ਹੋ ਜਾਣੀ ਹੈ। ਧਿਆਨ ਦੇਣਾ, ਜੇ ਪੰਡਤ ਨੂੰ ਗੁਰੂ ਤੇ ਭਰੋਸਾ ਆ ਗਿਆ ਤੇ ਪੰਡਤ ਦੀਆਂ ਆਸਾਂ ਪੂਰੀਆਂ ਹੋ ਜਾਣੀਆਂ ਨੇ। ਮੈਂ ਤੁਹਾਨੂੰ ਉਦਾਹਰਨ ਦੇਣ ਲੱਗਾ, ਜੇ ਸਿੱਖ ਦੀ ਸ਼ਰਧਾ ਗੁਰੂ ਤੇ ਨਹੀਂ ਤੇ ਸਿੱਖ ਦੀ ਆਸ ਪੂਰੀ ਨਹੀਂ ਹੋਣੀ। ਪੰਡਿਤ ਕਿਰਪਾ ਰਾਮ ਜਦੋਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ, ਉਹ ਪੂਰੇ ਭਰੋਸੇ ਦੇ ਨਾਲ ਆਏ ਸੀ। ਉਹ ਸਿੱਖ ਨਹੀਂ ਹੈ, ਉਹ ਬ੍ਰਾਹਮਣ ਨੇ, ਪੰਡਿਤ ਨੇ, ਹਿੰਦੂ ਲੋਕ ਨੇ, ਪਰ ਉਹਨਾਂ ਨੇ ਨਾ ਪੂਰਾ ਭਰੋਸਾ ਰੱਖ ਕੇ ਅਨੰਦਪੁਰ ਸਾਹਿਬ ਗਏ ਸੀ। ਪੂਰਾ ਭਰੋਸਾ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਜਿਹੜਾ ਗੁਰੂ ਤੇ ਪੂਰਾ ਭਰੋਸਾ ਰੱਖਦਾ ਹੈ, ਉਹ ਕੋਈ ਵੀ ਰੱਖ ਕੇ ਆ ਜਾਵੇ। ਪੰਡਿਤ ਬ੍ਰਾਹਮਣਾਂ ਦੀ ਬਾਂਹ ਫੜ ਲਈ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਕਹਿੰਦੇ ਤੁਸੀਂ ਮੇਰੇ ਤੇ ਇੰਨਾ ਭਰੋਸਾ ਕਰਦੇ ਹੋ? ਕਹਿੰਦੇ ਹਾਂ, ਰੱਬ ਵਰਗਾ। ਮਹਾਰਾਜ ਜੀ ਕਹਿੰਦੇ ਜੇ ਤੁਹਾਨੂੰ ਮੇਰੇ ਤੇ ਰੱਬ ਵਰਗਾ ਭਰੋਸਾ, ਤੁਹਾਡੇ ਲਈ ਸੀਸ ਕਟਾ ਦਿਆਂਗਾ, ਜਾ ਕੇ ਕਹਿ ਦਿਓ। ਦੇਖੋ ਗੁਰੂ ਤੇ ਜਿਹੜਾ ਭਰੋਸਾ ਕਰਦਾ, ਗੁਰੂ ਉਹਦੇ ਲਈ ਆਪਣੀ ਜਾਨ ਵਾਰਨ ਲਈ ਵੀ ਤਿਆਰ ਰਹਿੰਦਾ ਹੈ। ਇੱਥੇ ਕੋਈ ਧਰਮ ਦੀ ਗੱਲ ਆ ਗਈ? ਇੱਥੇ ਕਿਸੇ ਜਾਤ ਦੀ ਗੱਲ ਆ ਗਈ? ਬਿਲਕੁਲ ਨਹੀਂ। ਜੋ ਗੁਰੂ ਦੇ ਨਾਲ ਪਿਆਰ ਕਰਦਾ, ਸੱਚ ਕਹੂੰ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ। ਤੇ ਰਾਮਚੰਦਰ ਜੀ ਦੇ ਨਾਲ ਨਾ ਭਿਲਣੀ ਪ੍ਰੇਮ ਕਰਦੀ ਸੀ। ਪ੍ਰੇਮ ਸ਼ੂਦਰ ਜਾਤੀ ਦੀ ਸੀ, ਨੀਵੀਂ ਜਾਤ ਜਿਹਨੂੰ ਲੋਕੀ ਕਹਿੰਦੇ ਨੇ। ਜਾਤ ਨੀਵੀਂ ਨਹੀਂ ਹੁੰਦੀ, ਕਰਮ ਨੀਚ ਹੁੰਦੇ ਨੇ।
ਤੇ ਰਾਮਚੰਦਰ ਜੀ ਆਪ ਉਹਨੂੰ ਮਿਲੇ, ਉਹਨੂੰ ਆਪ ਮਿਲੇ, ਉਹਨੇ ਚਰਨਾਂ ਤੇ ਮੱਥਾ ਟੇਕਿਆ ਤੇ ਬੜੀਆਂ ਪਿਆਰ ਦੀਆਂ ਗੱਲਾਂ ਕਰੇ, ਬਹੁਤ ਪਿਆਰ ਦੀਆਂ ਗੱਲਾਂ ਕਰੇ। ਰਾਮਚੰਦਰ ਜੀ ਨੂੰ ਭਗਵਾਨ ਕਹਿੰਦੇ ਸਨ, ਬੜੇ ਖੁਸ਼ ਹੁੰਦੇ ਨੇ, ਕਹਿੰਦੇ ਭਈ ਭੇਲੀ ਸਾਨੂੰ ਪਤਾ ਤੂੰ ਸਾਨੂੰ ਬਹੁਤ ਪ੍ਰੇਮ ਕਰਦੀ ਹੈ, ਹੁਣ ਤੇਰੇ ਕੋਲ ਆਏ ਆ, ਸਾਨੂੰ ਹੁਣ ਕੁਝ ਛਕਾ ਦੇ। ਨਾਲ ਲక్ష్మణ ਜੀ ਵੀ ਸਨ ਤੇ ਕਹਿੰਦੇ ਉਹ ਇੰਨੀ ਪ੍ਰੇਮ ਵਿੱਚ ਮਸਤ ਹੋ ਗਈ ਵੀ ਉਹਦੇ ਕੋਲ ਨਾ ਬੇਰ ਸੀ, ਬੇਰ। ਉਹ ਇੱਕ ਦੰਦੀ ਵੱਢਦੀ ਹੈ ਬੇਰ ਨੂੰ, ਤੇ ਉਹ ਦੰਦੀ ਵੱਢ ਕੇ ਤੇ ਰਾਮਚੰਦਰ ਜੀ ਨੂੰ ਦਿੰਦੀ, ਕਹਿੰਦੀ ਆਹ ਖਾਓ। ਜਿਵੇਂ ਅਸੀਂ ਨਹੀਂ ਚੈੱਕ ਕਰਦੇ ਆ, ਪੁੱਤਰ ਧੀਆ ਮਿੱਠਾ ਨਿੱਕੇ ਨਿਆਣੇ ਨੂੰ ਦਿੰਦੇ ਆ, ਮਿੱਠੀ ਚੀਜ਼ ਲੈ ਲੈ, ਕੌੜੀ ਨਹੀਂ ਦੇਣੀ ਤੈਨੂੰ। ਉਹ ਚੈੱਕ ਕਰਦੀ ਹੈ ਵੀ ਆਹ ਬੇਰ ਮਿੱਠਾ ਹੈ, ਭਗਵਾਨ ਜੀ ਆਹ ਖਾਓ। ਉਹਨੂੰ ਭੁੱਲ ਹੀ ਗਿਆ ਵੀ ਏਦਾਂ ਝੂਠਾ ਹੋ ਜਾਂਦਾ, ਉਹ ਭੁੱਲ ਗਈ। ਮਹਾਰਾਜ ਜੀ ਨੂੰ ਪਤਾ ਸੀ ਵੀ ਇਹ ਤੇ ਅੰਦਰੋਂ ਮੇਰੇ ਨਾਲ ਪ੍ਰੇਮ ਕਰਦੀ ਹੈ, ਅੰਦਰੋਂ ਸ਼ਰਧਾ ਇਹਦੀ ਬਹੁਤ ਜ਼ਿਆਦੀ ਹੈ। ਉਹਨਾਂ ਨੇ ਉਹਦੀ ਕੋਈ ਚੀਜ਼ ਨਹੀਂ ਦੇਖੀ ਤੇ ਉਹਦੇ ਝੂਠੇ ਬੇਰ ਛਕ ਲਏ। ਤੇ ਜਿਹੜਾ ਲక్ష్మణ ਸੀ ਕਹਿੰਦੇ ਉਹਨੇ ਨਾ ਕੁਰੈਤ ਕੀਤੀ, ਕਹਿੰਦੇ ਮਹਾਰਾਜ ਤੁਹਾਨੂੰ ਪਤਾ ਇਹ ਤੇ ਨੀਵੀਂ ਜਾਤ ਦੀ ਹੈ ਤੇ ਸ਼ੂਦਰ ਹੈ, ਇਹ ਤੁਸੀਂ ਕੀ ਕੀਤਾ? ਇਹਦੀ ਝੂਠ ਖਾ ਲਈ, ਇਹਦੇ ਝੂਠੇ ਬੇਰ ਖਾ ਲਏ। ਮਹਾਰਾਜ ਜੀ ਕਹਿੰਦੇ, ਰਾਮਚੰਦਰ ਜੀ ਕਹਿੰਦੇ ਉਹ ਲక్ష్మణ ਬੜੀ ਵੱਡੀ ਗਲਤੀ ਕਰ ਦਿੱਤੀ, ਇਦਾਂ ਦੀ ਸੋਚ ਲਿਆ ਕੇ, ਏਦਾਂ ਦੀ ਸੋਚ ਲਿਆ ਕੇ ਤੂੰ ਬਹੁਤ ਵੱਡੀ ਗਲਤੀ ਕੀਤੀ। ਤੇ ਫਿਰ ਸਾਧ ਸੰਗਤ ਜੀ ਜਿਵੇਂ ਲਿਖਿਆ ਹੋਇਆ ਕਈ ਵਾਰ ਇਤਿਹਾਸ ਵਿੱਚ ਵੀ, ਹੋ ਸਕਦਾ ਕੋਈ ਅੱਗੇ ਪਿੱਛੇ ਵੀ ਹੋ ਜਾਏ, ਪਰ ਪੜਿਆ ਲక్ష్మణ ਨੂੰ ਕਹਿੰਦੇ ਕਰੈਤ ਨਹੀਂ ਕਰੀਦੀ, ਨਫ਼ਰਤ ਨਹੀਂ ਕਰੀਦੀ। ਕਹਿੰਦੇ ਫਿਰ ਉਹੀ ਜਿਹੜੀ ਚੀਜ਼ ਨਾ ਜੇ ਤੇ ਤੂੰ ਕਰੈਤ ਕਰਦਾ ਸੀ, ਮੈਂ ਤਾਂ ਨਹੀਂ ਇਹ ਝੂਠਾ ਬੇਰ ਖਾਣਾ। ਇੱਕ ਦਿਨ ਸੰਜੀਵਨੀ ਬੂਟੀ ਘੋਟ ਕੇ ਤੇਰੇ ਮੂੰਹ 'ਚ ਪਾਉਣੀ ਹੈ, ਤਾਂ ਹੀ ਤੇਰੀ ਜਾਨ ਬਚਣੀ। ਫਿਰ ਜਦੋਂ ਜੰਗ ਦੇ ਵਿੱਚ ਫੱਟ ਲੱਗ ਗਏ ਸੀ, ਬੇਹੋਸ਼ ਹੋ ਗਿਆ ਸੀ, ਮੁਰਦਾ ਹੋ ਗਿਆ ਸੀ, ਲక్ష్మణ ਕਹਿੰਦੇ ਸੰਜੀਵਨੀ ਬੂਟੀ ਲੱਭ ਕੇ ਲਿਆਓ, ਸੰਜੀਵਨੀ ਬੂਟੀ ਲੱਭ ਕੇ ਲਿਆਓ। ਤੇ ਲਿਖਿਆ ਵੀ ਉਸੇ ਹੀ ਚੀਜ਼ ਤੋਂ ਇੱਕ ਬੂਟੀ ਪੈਦਾ ਹੋਈ ਸੀ ਤੇ ਉਹਨੂੰ ਘੋਟ ਕੇ ਫਿਰ ਲక్ష్మణ ਜੀ ਨੂੰ ਦਿੱਤੀ ਸੀ ਤੇ ਉਹਨਾਂ ਨੂੰ ਜੀਵਨ ਮਿਲਿਆ ਸੀ। ਇਸ ਕਰਕੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਨੀਚ ਉਹ ਹੁੰਦਾ ਜਿਸ ਦੇ ਕਰਮ ਨੀਚ ਹੁੰਦੇ ਨੇ। 426 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਅਮਰਦਾਸ ਜੀ ਦੀ ਬਾਣੀ। ਗੁਰੂ ਅਮਰਦਾਸ ਜੀ 426 ਅੰਗ ਦੇ ਉੱਪਰ ਲਿਖਦੇ ਨੇ, ਕਹਿੰਦੇ ਬਿਨ ਨਾਵੇ ਸਭ ਨੀਚ ਹੈ, ਬਿਸ਼ਟਾ ਕਾ ਕੀੜਾ ਹੋਏ। ਜਿਨ੍ਹਾਂ ਦੇ ਕੋਲ ਨਾਮ ਨਹੀਂ, ਭਾਵੇਂ ਉਹਨਾਂ ਦੀ ਕੁੱਲ ਕਿੰਨੀ ਉੱਚੀ ਹੈ, ਉਹ ਸਾਧ ਸੰਗਤ ਜੀ ਬਿਸ਼ਟਾ ਦੇ ਕੀੜੇ ਲਿਖਿਆ ਹੋਇਆ ਹੈ। ਬਿਨ ਨਾਵੈ ਸਭ ਨੀਚ ਹੈ, ਬਿਸ਼ਟਾ ਕਾ ਕੀੜਾ ਹੋਏ। ਸੋ ਇਹ ਸਾਡੇ ਗੁਰੂਆਂ ਨੇ ਕਿਹਾ। ਤੇ ਜਿਸ ਕੋਲ ਨਾਮ ਧਨ ਹੈ, ਜਿਹਦੇ ਕੋਲ ਸ਼ੁਕਰਾਨਾ ਹੈ, ਆਪਾਂ ਤੁਸੀਂ ਹੁਣ ਗੁਰੂ ਦੀ ਗੋਦ ਵਿੱਚ ਬੈਠੇ ਹੋ। ਮੈਂ ਬੜੀ ਵਾਰ ਤੁਹਾਡੇ ਨਾਲ ਇਹ ਵਿਚਾਰ ਕੀਤਾ, ਦੁਨੀਆ ਦੇ ਸਭ ਤੋਂ ਵੱਡੇ ਭਾਗਾਂ ਵਾਲੇ, ਸਭ ਤੋਂ ਉੱਚੇ ਤੇ ਸੁੱਚੇ ਤੁਸੀਂ ਹੋ, ਜੋ ਗੁਰੂ ਦੀ ਯਾਦ ਵਿੱਚ ਕਿਧਰੇ ਵੀ ਬੈਠਾ ਹੈ। ਧਿਆਨ ਦੇਣਾ, ਜੋ ਗੁਰੂ ਦੀ ਯਾਦ ਵਿੱਚ ਕਿਧਰੇ ਵੀ ਬੈਠਾ ਹੈ, ਗੁਰੂ ਦੇ ਅੱਗੇ ਅਰਦਾਸਾਂ ਕਰ ਰਿਹਾ ਹੈ, ਚਾਹੇ ਕੋਈ ਮੰਦਿਰ ਵਿੱਚ ਹੈ, ਮਸਜਿਦ ਵਿੱਚ ਹੈ, ਗੁਰਦੁਆਰੇ ਹੈ, ਜਿੱਥੇ ਵੀ ਕਿਸੇ ਦਾ ਭਰੋਸਾ ਹੈ, ਜਿਹੜੇ ਵੀ ਧਰਮ ਅਨੁਸਾਰ ਜਿੱਥੇ ਵੀ ਕੋਈ ਜਾਂਦਾ ਹੈ, ਜੇ ਤੇ ਆਪਣੀ ਭਗਵਾਨ ਪ੍ਰਭੂ ਈਸ਼ਵਰ ਅੱਲਾ ਖੁਦਾ ਵਾਹਿਗੁਰੂ ਰਾਮ ਦੀ ਯਾਦ ਦੀਆਂ ਸ਼ੁਕਰਾਨੇ ਦੇ ਵਿੱਚ ਬੈਠਾ ਹੈ ਤੇ ਉਹ ਮਹਾਰਾਜ ਜੀ ਦਾ ਪਿਆਰਾ ਹੈ। ਉਹਨੂੰ ਹੀ ਸਤਿਗੁਰੂ ਜੀ ਪ੍ਰੇਮ ਕਰਦੇ ਹਨ, ਹੋਰ ਕਿਸੇ ਨੂੰ ਨਹੀਂ। ਸੋ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਨੂੰ ਦਿਨ ਰਾਤ ਇਹੀ ਸੋਚ ਲੱਗੀ ਰਹਿੰਦੀ ਹੈ, ਮੇਰੀ ਸੰਗਤ ਪੋਚ, ਮੇਰੀ ਸੰਗਤ ਜਿਹੜੀ ਹੈ ਉਹ ਮਾੜੀ ਹੈ। ਮਾੜੀ ਮਤਲਬ ਵੀ ਸੋਚ ਰਾਹੀਂ ਵੀ ਸੰਗਤ ਹੈ, ਸੋਚ ਰਾਹੀਂ। ਜਦੋਂ ਸੋਚ ਬੰਦੇ ਦੀ ਜਾਂ ਸਾਡੀ ਸੋਚ ਸਾਨੂੰ ਸਲਾਹ ਦਿੰਦੀ ਹੈ ਵੀ ਇਹ ਕੰਮ ਕਰਨਾ, ਫਿਰ ਅਸੀਂ ਉਧਰ ਨੂੰ ਤੁਰ ਪੈਂਦੇ ਹਾਂ। ਉਹ ਕੰਮ ਕਰਨ ਵਾਸਤੇ ਸਾਨੂੰ ਅੱਗੇ ਇਨਸਾਨ ਵੀ ਮਿਲ ਜਾਂਦੇ ਹਨ, ਆਪੇ ਹੀ ਮਾੜੀ ਸੰਗਤ ਹੋ ਗਈ।
देखो जे किसी दे अंदर सोच आई, उदाहरण बड़ी प्यारी, जे किसी दे अंदर सोच आई भी मैं नशा पीना, तो नशा पीने वास्ते किते आकाश वाल थोड़ा जहाज ते जाएगा, उन्हें ठेके नूं जाना, तो उत्थे बंदे बैठे, उत्थे इंसान बैठे है। जे किसी दा गलत कर्म करन नूं मन कीता ते उसने गलत इंसानां दे पास जाना, तो उत्थे गलत इंसान बैठे ने कुकर्म करन वाले। पहला इसनों अंदरों एक आवाज आई भी गलत कर्म करना, ते फिर अगे बैठे ने उस तरह के कर्म करने वाले। वो सोच माड़ी माड़े बंदे कोल लै गई। मेरी संगत पोच, पोच मतलब भी नीच माड़ी, मेरी माड़ी सोच मैनू माड़े पासे लै गई। चंगी सोच देखो चंगे पासे लैके जाती है, माड़ी सोच जिहड़ी है वो माड़े पासे लैके जाती है। इस करके ये वैसे भगत जी सानू पढ़ाउंदे पए ने, वो ते सुच्चे ही सन, वो ते हमेशा रब दे नाल जुड़े रहिंदे सन। ये सानू ही समझाया भी मेरी संगत पोच सोच दिन राती, मेरा कर्म कुटिलता, कुटिलता एक कुटिल नीति नूं भी कहंदे ने, बिंगियां टेढ़ियां चालां, मेरा कर्म कुटिलता, जन्म कुंभाती, कुंभाती मतलब भैड़ी भांत दा, नीवी किस्म दा। मेरा जड़े मेरे जड़े कर्म ने ना, मेरे अंदर जड़ियां चीज़ां चलदियां, कई इंसान हमेशा पुट्ठा ही सोचते ने, टेढ़ियां चालां, मतलब चंगी सोच नहीं रखते, किसी के भले की गल नहीं करते, किसी का भला नहीं सोचते। उन्होंने क्या भी कर्म कुटिलता, बिंगियां टेढ़ियां चालां चलते ने, दूजे नूं नीवां दिखाउण दे लई, दूजे दा नुकसान करन दे लई, दूजे नूं निंदण दे लई टेढ़ियां चालां। होर टेढ़ियां चालां कोई होर चीज़ां वास्ते नहीं हुंदियां, दूसरे बंदे नूं नीवां दिखाउण दे लई, दूसरे बंदे नूं बेइज्जत करन दे लई ये मन टेढ़ियां चालां चलदा है। सो भगत जी कहंदे इदां दी हालत है मन दी, मेरा कर्म कुटिलता, जन्म कुंभाती और नीवी किस्म दा मेरा मन है, नीवी किस्म का मेरा माड़ी सोच वाला मेरा सुभाव है। सो मेर करो गुसैया राम गुसैया जी के जीवना, मोहे ना विसारहो मैं जन तेरा रहो। कहंदे ने हे मेरे मालक, हे धरती दे मालक साईं, मेरे ते मेहर कर, मैनू मेरी जिंद नू तेरा आसरा जी के जीवना, मैनू तेरा आसरा राम गुसैया जी के जीवना, मोहे ना विसारो मैं जन तेरा। मैनू विसारी ना, मैनू दूर ना करी, क्योंकि जिस तरह की मेरी संगत है इहदे नाल मैं बर्बाद हो सकता हाँ। जिस तरह की मेरी सोच है मेरा पतन हो सकता है, जिस तरह की मेरी संगत है मेरी जिंदगी बर्बाद हो सकती है, जड़ पट्टी जा सकती है। बाणी विच लिखिया कबीर दीन गवाया दुनी स्यों दुनी ना चाली, साध पाए कुहाड़ा मारिया गाफल अपने हाथ। कुहाड़ा जेड़े पैर ते वजे ओदा पैर किधरे बचदा नहीं, ओदा पैर जख्मी हुंदा है। इस करके मेरे ते मेहर करी, मैनू विसारी ना, ना बिसरी ना विसारी, मोहे ना विसारो मैं जन तेरा। मैं आप जी दा जन हाँ, आप जी दा दास हाँ, कृपा रखियो मेरे ते, मैनू बिल्कुल भी विसारियो ना। मेरी हरो विपत, हरो मतलब दूर कर दियो, मेरी हरो विपत जन करो सुभाई। मेरी विपता नू, मेरी मुसीबत नू, मेरी भैड़ी मत नू, मेरे मंदे कर्मां नू मेरी हरो विपत, इसनू दूर कर दियो, इसनू नाश कर दियो। विघ्न विनाशन सब दुख नाशन, सतगुरु नाम दृढ़ाया, खोए पाप भय सब पावन, जन नानक सो घर आया। ये कृपा कर दियो, मेरी हरो विपत जन करो सुभाई। और मैनू अपना दास बना के मेरे भाग चंगे कर दियो, मेरे अंदर चंगी भावना पैदा कर दियो। करो सुभाई, मेरा सुभाव चंगा बना।
मेरा सुभाव माड़ा है, इस सुभाव नूं चंगा बना दिओ। जदों किसी इंसान दा सुभाव चंगा हो गया, वो बंदा चंगा हो गया, वो इंसान बहुत चंगा हो गया। जिस जदों किसी दा सुभाव माड़ा हो गया, वो इंसान भी माड़ा हो गया। इस करके मेरियां विपता नूं, मेरे विघ्नां रुकावटां कलेशां नूं दूर करो और मेरा चंगा सुभाव, मेरी चंगी नीयत, मेरी चंगी सोच पैदा कर दिओ, प्रगट कर दिओ। चरण ना छाडो शरीर कल जाई। मैं ये अरदास करदा, मैं कदी भी तुहाडे चरण नहीं छड्डांगा, मैं कदी भी तेरा आसरा नहीं छड्डांगा। मैं अंधले की टेक तेरा नाम खुंदकारा, मैं गरीब, मैं मस्कीन, तेरा नाम है आधारा। मैं तेरा नाम, मैं तेरा पल्ला, अंचल गह के साध का तरना। यो संसार मैं, मेरा शरीर भावें मिट जाए, पर मैं तेरे नालों ਉਹ ਪ੍ਰੀਤ नहीं ਛੱਡਾਂਗਾ ਜਿਹਨੂੰ ਕਹਿੰਦੇ ਨੇ ਤੋਰੀ ਨਾ ਟੁੱਟੇ छोरी ना छूटै। ऐसी माधो खिंच तनी ऐसी प्रीत, गोविंद स्यों लागी मेल लए पूर्ण वडभागी। चरण ना छाडो शरीर कल जाई। मेरे शरीर विच भावें सत्या ना रहे, ताकत ना रहे, भावें ये जिंद ये शरीर जिहड़ा मुक जाए, पर मैं तेरे चरण नहीं छड्डांगा, कदे भी नहीं छड्डांगा। मैं आप जी दे नाल वादा करदा, प्रॉमिस करदा, मेरे ते मेहर करो। मैं तेरा दर नहीं छड्डांगा, मेरे ते मेहर करो। सो जिहड़ा दर नहीं छड्डदा ਉਹਨੂੰ ਕਹਿੰਦੇ ਨੇ ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਤੇ ਜਿਹੜਾ ਦਰ ਛੱਡਦਾ ਉਹਨੂੰ ਕਹਿੰਦੇ ਖਸਮ ਵਿਸਾਰੈ। ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ। ਖਸਮ ਛੋੜ ਦੂਜੇ ਲੱਗੇ ਡੁੱਬੇ। ਸੇਵਨ ਜਾ ਰਿਹਾ ਸਤਿਗੁਰੂ ਹੈ ਬੋਹੇ ਥਾ। बिरले किने विचारिया कर कृपा पार उतारिया। इस करके भाई ये सानू वार वार बाणी विच दस्या, गुरु नू नहीं छड़ना, गुरु नू नहीं छड़ना। गुरु सानू कदे भी नहीं छड़ेगा। जे कोई छड़ चुका है, भुल चुका है, ते शाम नू वापस घर नू आ जाओ। फिर गुरु कहता है मेरा 5000 ही, मेरा 10,000 ही खिदराने की ढाह ते। वो कहते सी सानू बख्श लो, चरण ना छाडो शरीर कल जाई। करके दिखा देता ना 40 मुक्तियां ने। ये प्रीत पूरी निभाई गुरु गोबिंद सिंह महाराज जी दे नाल। उन्होंने कहा सी महाराज जी बेदावा पाड़ दिओ, शरीर मिटदा ते मिट जाए। चरण ना छाडो शरीर कल जाई। राज ना चाहो मुक्त न चाहो, मन प्रीत चरण कुमलारे। मेरे ते मेहर करो, मेरे ते दया करो, सो मैं चरना दा प्यार चाहुना। आखिरी पंक्ति कहो रविदास परो तेरी सांभा। बेग मिलो जन करना मिलांबा। मैं तेरे चरना दे विच अरदास करदा हां। मैं तेरे दर ते डिग्या होया हां। नानक गरीब ढै पिया द्वारे। मैं फिरत फिरत प्रभ आया, परया तौसर नाए। मैं घुमदा घुमदा इधरों उधरों, मैं तेरे मैं चारे कुंडा भालियां। मैं चारे कुंडा भालियां, उत्तर दक्षिण पूर्व पश्चिम। मैं चारे कुंडा भालियां, तुद जेवड़ ना साइयां। मैनू तेरे वर्गा दिसिया नहीं, फिर मुड़ के इत्थे आउणा पिया। कई बार कोई दस पा दिंदा ना भी आ जा तेनू उत्थे लैके जावां, तेरी जो मन की भावना इच्छा पूरी हो जाएगी। उन्होंने पता ही नहीं सी सब ते वड्डा सतगुरु नानक जिन कल राखी मेरी नूं ओहदे ते भी नहीं विश्वास आया। जिहड़ा लिखिया होया रजिस्टर्ड है, ओहदे ते विश्वास नहीं आया भी वड्डा ओह सी। ब्रांचां विच तुरदा रहा छोटियां छोटियां, जिहड़ा केंद्र बिंदु सी, हैड ऑफिस सी, जिहड़ा जिन्होंने हैड ऑफिस केंद्र बिंदु मिलिया होवे वो ब्रांचां विच जाण दी की जरूरत है। जिन्हों वड्डा घर गुरु नानक दा मिलिया होवे उन्हों इधर उधर जाण दी जरूरत नहीं। सत्कार सब दा करना सानू गुरु साहब ने सिखाया।
पर जो कुछ प्राप्त करना है वो अपने सतगुरु गुरु ग्रंथ साहब जी तो ही प्राप्त करना है। इस करके कहो रविदास परों तेरी सांभा मैनू संभाल नहीं, मैं तेरी शरण विच आया। सांभा दा मतलब संभाल करनी, सांभना। मैं तेरी शरण विच आया हाँ, मैनू डिगे होए नू, मैनू मोए होए नू, मैनू गरीब नू, मैनू लाचार नू तू सांभ लई। सो जो शरण आवे तिस कंठ लावे, ये बिरध स्वामी संदा गुरु साहब जी सांभ लेंदे ने। बेग मिलो जन करना विलंबा, बेग दा मतलब छेती, विलंबा मतलब देर। मैनू छेती मिलो, देर ना लाओ। मैनू छेती मिलो, देर ना लाओ। देर तां ना लाओ क्योंकि सवासां दा पता नहीं कदों निकल जान। सवासां दा कोई पता नहीं, जब लग जोवन सांस है तब लग ही तन दे। शरीर दा कोई पता थोड़ा, कोई श्वास निकल ते साड़ी देन ते मुड़ के कौन किनू कहेगा मैनू आके मिल जाओ जी। जदों तक जोवन सांस ਹਨ उदों तक महाराज कहते छेती कर ला छेती, गोविंद मिलन की ये तेरी वरिया भई प्राप्त मन खुद दे हो हरिया। इस करके बेग मिलो, छेती छेती आ जाओ गुरु घर, छेती छेती चल जाओ जिथे मिलना, छेती छेती मिलो जिहदे नाल प्यार है। ये बाणी विच लिखिया है, केवल रब दे नाल नहीं, मतलब जिहड़ियां चंगियां चंगियां तुसीं चीज़ां संसार विच करन आए हो ना, पुण्य कमाण आए हाँ, धर्म कमाण आए हाँ, किसी नाल प्रेम करन आए हाँ, किसी नूं इज्जत देनी है, वो अज ही दे दिओ, कल दे क्यों डी करदा है। इस करके बेग मिलो मतलब गुणा दे सागर नूं छेती मिलो। बेग मिलो छेती आके मिलो, जन करना विलंबा। ये जन अरदास करदा ढिल ना कर, बिल्कुल ढिल मठ ना कर, मैनू छेती आके मिल जाओ जी। सो ये सी अज दे लड़ीवार शब्द की बड़ी प्यारी विचार जो भगत रविदास जी की बाणी के शब्द आरंभ होए हैं। कल का शब्द है बेगमपुरा शहर को नाम, दुख अंदो नहीं तैठाओ। जिहड़ा बेगमपुरा उस शहर के वासी किवें दे ने, उत्थे किदां दे लोग रहिंदे ने, उत्थे की खाण नूं मिलदा है, उत्थे किदां दी न्याय प्रणाली है, उत्थे किदां दा सिस्टम है। ये इस शब्द विच बहुत वधिया तरीके नाल भगत जी ने दस्सिया। सो गुरु प्यारी साध संगत जी दी सेवा प्रवान करनी। सो आप जी नूं पहलां भी बेनतियां कीतियां हन। कल 15 तरीक ये धन धन संत बाबा प्रेम सिंह जी पूर्ण ब्रह्म ज्ञानी विद्या दे दानी सतपुरख उन्हों के जन्मदिन के संबंध में कल सवेरे 6:30 बजे श्री अखंड पाठ साहब गुरुद्वारा सिंह सभा विखे आरंभ होणगे। 17 तरीक को संगरांद वाले दिन पहली कत्तक नूं भोग पैने हैं। आप जी हाजरियां भरो, तन मन धन दे नाल सेवा करो, गुरु दीआं गोलकां दे विच अपनी दसवंध दी कमाई नूं पाओ, गुरु दी खुशी नूं प्राप्त करो और गुरु नानक देव जी दे प्रकाश गुरपुरब दे संबंध विच प्रभात फेरियां दी सेवा लई जिन्हां ने नाम लिखवाने ने वो भी नाम लिखवाओ। गुरु साहब सब दी हाजरियां प्रवान करन जी। भुलां चुकां दी खिमा फतेह बुलाओ। वाहिगुरू जी का खालसा वाहिगुरू जी की फतेह।